ऑलराइट, वन मोस्ट इंपॉर्टेंट थिंग ਜਿਹੜੀ ਸ਼ਾਇਦ ਜਦੋਂ ਕੋਈ ਬੱਚਾ ਪਹਿਲੇ ਦਿਨ ਐਲਸ ਕਰਨ ਲੱਗਦਾ ਆਪਾਂ ਨੂੰ ਉਹਨੂੰ ਉਦੋਂ ਦੱਸਣੀ ਚਾਹੀਦੀ ਆ, ਜਾਂ ਮੰਨ ਲਓ ਆਪਾਂ ਪਹਿਲਾਂ 2-3 ਦਿਨ ਬੱਚੇ ਦਾ ਲੈਵਲ ਦੇਖਦੇ ਆ ਵੀ ਇਹਦੇ ਇੰਗਲਿਸ਼ ਦਾ ਲੈਵਲ ਕਿੰਨਾ ਵਾ। ਆਈ ਗੈਸ 4th 5th ਡੇ ਤੱਕ ਆਪਾਂ ਨੂੰ ਸਾਰੀ ਚੀਜ਼ਾਂ ਨੂੰ ਦੱਸ ਦੇਣੀਆਂ ਚਾਹੀਦੀਆਂ, ਬਟ ਅਨਫੋਰਚੂਨੇਟਲੀ ਕਈ ਵਾਰੀ ਕਈਆਂ ਨੇ 4-4 ਵਾਰ ਦਾ ਐਗਜ਼ਾਮ ਦਿੱਤੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਰੀਡਿੰਗ ਕਿਵੇਂ ਕਰਨੀ ਆ। ਆਮ ਟਾਕਿੰਗ ਅਬਾਊਟ ਰੀਡਿੰਗ ਦੇ ਵਿੱਚ ਦੋ ਤਰ੍ਹਾਂ ਦੇ ਪੈਰਾਗ੍ਰਾਫਸ ਨੇ, ਇੱਕ ਹੈਗਾ ਸੀਕੁਐਂਸ ਦੇ ਵਿੱਚ, ਇੱਕ ਹੈਗਾ ਨਾਨ ਸੀਕੁਐਂਸ ਵਿੱਚ। ਸੀਕੁਐਂਸ ਮਤਲਬ ਜਿਵੇਂ A B C D ਨੀਚੇ ਨੂੰ ਪਹਿਲੇ ਪੜ੍ਹੀ ਜਾਵਾਂਗੇ ਉਵੇਂ ਪਹਿਲੇ ਦਾ ਆਨਸਰ ਦੂਸਰੇ ਦਾ ਜਿਵੇਂ ਸੀਕੁਐਂਸ ਬਣਦਾ ਜਾਊਗਾ। ਨਾਨ ਸੀਕੁਐਂਸ ਦੇ ਵਿੱਚ ਤੁਹਾਨੂੰ ਪਤਾ ਨਹੀਂ ਪਹਿਲਾਂ ਹੋ ਸਕਦਾ 10th ਦਾ ਆਨਸਰ ਆ ਜਾਵੇ ਜਾਂ 7th ਦਾ ਆਨਸਰ, ਮੇਬੀ 2 ਪਾਰਟਸ ਦੇ ਵਿੱਚ ਕੈਟੇਗਰਾਈਜ਼ ਕਰ ਦਿੰਦੇ ਆ। 1 to 6 ਰੱਖ ਲਓ ਟਰੂ ਫਾਲਸ ਨਾਟ ਗਿਵਨ, ਐਂਡ 7 ਤੋਂ 13 ਰੱਖ ਲਓ ਬਲੈਂਕਸ। ਜਿਹੜਾ ਨਾਨ ਸੀਕੁਐਂਸ ਆ ਉਹ 'ਚ ਹੋ ਸਕਦਾ ਪਹਿਲਾਂ ਬਲੈਂਕਸਾਂ ਦੇ ਵਿੱਚੋਂ ਆਨਸਰ ਚੱਲਣ ਲੱਗ ਜਾਣ, ਮਤਲਬ ਕੋਈ ਸੀਕੁਐਂਸ ਨਹੀਂ ਹੈਗਾ, ਵਿੱਚ ਹੀ ਪੈਰਿਆਂ ਦੇ ਆਨਸਰ ਲੱਭੀ ਜਾਣੇ, ਵਿੱਚ ਹੀ ਬਲੈਂਕਸਾਂ ਦੇ। ਵਿੱਚ ਮਲਟੀਟਾਸਕਿੰਗ ਹੁੰਦੀ ਆ, ਦੋ ਤਰ੍ਹਾਂ ਦੇ ਪੈਰਾਗ੍ਰਾਫ ਨੇ। ਆਈ ਥਿੰਕ ਸਭ ਤੋਂ ਪਹਿਲਾਂ ਸਟੂਡੈਂਟ ਨੂੰ ਇਹੀ ਗੱਲ ਦੱਸਣੀ ਚਾਹੀਦੀ। ਲੋਟ ਆਫ ਸਟੂਡੈਂਟਸ ਆਰ देयर ਅਨਫੋਰਚੂਨੇਟਲੀ ਜਿਨ੍ਹਾਂ ਨੇ ਕਈ ਵਾਰ ਐਗਜ਼ਾਮ ਦਿੱਤਾ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਕਿੰਨੇ ਤਰ੍ਹਾਂ ਦੇ ਪੈਰਾਗ੍ਰਾਫਸ ਹੁੰਦੇ ਨੇ। ਨੰਬਰ 1। ਨੰਬਰ 2 ਦੇ ਉੱਤੇ ਹਰ ਇੱਕ ਜਿਹੜੇ ਕੁਐਸਚਨਸ ਆ ਉਹਨਾਂ ਦਾ ਕੋਈ ਸੀਕੁਐਂਸ ਆ, ਜਿਵੇਂ ਟਰੂ ਫਾਲਸ ਨਾਟ ਗਿਵਨ ਆ, ਮੰਨ ਕੇ ਚੱਲੋ ਟਰੂ ਫਾਲਸ ਨਾਟ ਗਿਵਨ 5 ਕੁਐਸਚਨਸ ਨੇ। ਇਟ ਇਜ਼ ਨੈਕਸਟ ਟੂ ਇੰਪੋਸੀਬਲ ਕਿ 5th ਟਰੂ ਫਾਲਸ ਦਾ ਆਨਸਰ ਪਹਿਲਾਂ ਆਏਗਾ ਤੇ ਫਸਟ ਦਾ ਆਨਸਰ ਬਾਅਦ ਚੋਂ ਆਏਗਾ। ਆਈ ਮੀਨ ਟੂ ਸੇ ਦੈਟ ਜੇ 5 ਕੁਐਸਚਨਸ ਤੇ ਉਹ ਨੀਚੇ ਨੂੰ ਚੱਲਣੇ ਨੇ, ਪਹਿਲਾਂ ਪਹਿਲੇ ਦਾ ਆਨਸਰ, ਦੂਸਰੇ ਦਾ, ਤੀਸਰੇ ਦਾ, ਚੌਥੇ ਦਾ। ਨੰਬਰ 2 ਦੇ ਉੱਤੇ ਵਿਚ ਪੈਰਾਗ੍ਰਾਫ ਕੰਟੇਨਸ ਫੋਲੋਇੰਗ ਇਨਫੋਰਮੇਸ਼ਨ, ਇਹ ਵਾਲੀ ਇਨਫੋਰਮੇਸ਼ਨ ਕਿਹੜੇ ਪੈਰਾਗ੍ਰਾਫ ਨੇ, ਉਹ 'ਚ ਕੋਈ ਸੀਕੁਐਂਸ ਨਹੀਂ ਹੈਗਾ। ਮੰਨ ਕੇ ਚੱਲੋ 17 ਤੋਂ ਲੈ ਕੇ 20 ਤੱਕ ਕੁਐਸਚਨ ਨੇ, ਹੋ ਸਕਦਾ ਪਹਿਲਾਂ 20ਵੇਂ ਦਾ ਆਨਸਰ ਲੱਭ ਜਾਵੇ, ਠੀਕ ਹੈ। ਤਾਂ ਉਹ ਆਪਾਂ ਡਿਪੈਂਡ ਕਰਦਾ ਹੁੰਦਾ ਕਿੱਦਾਂ ਦੇ ਕੁਐਸਚਨਸ ਨੇ, ਆਪਾਂ ਉਹਨਾਂ ਨੂੰ ਉਸ ਤਰੀਕੇ ਨਾਲ ਹੀ ਕਰਨਾ ਵਾ। ਟਰੂ ਫਾਲਸ ਦੇ ਵਿੱਚ ਤੁਸੀਂ ਪਹਿਲਾਂ ਲਾਸਟ ਵਾਲਾ ਕੁਐਸਚਨ ਦੇਖਣ ਲੱਗ ਜਾਓਗੇ, ਟਾਈਮ ਖਰਾਬ ਹੀ ਖਰਾਬ ਆ। ਨੰਬਰ 2 ਦੇ ਉੱਤੇ ਕਈ ਕਾਈਂਡ ਆਫ ਕੁਐਸਚਨਸ ਇਦਾਂ ਦੇ ਨੇ, 4 ਮੋਸਟ ਮੈਂ 6 ਲੈਣਾ, ਚਲੋ ਮੋਸਟਲੀ 6 ਤਰ੍ਹਾਂ ਦੇ ਕੁਐਸਚਨਸ ਹੁੰਦੇ ਨੇ। ਮੋਸਟਲੀ देयर आर 6 ਕਾਈਂਡ ਆਫ ਕੁਐਸਚਨਸ ਇਨ ਰੀਡਿੰਗ, ਐਂਡ ਉਹਨਾਂ ਵਿੱਚੋਂ ਕਈ ਹੈਗੇ ਨੇ ਜਿਨ੍ਹਾਂ ਵਿੱਚ ਆਪਾਂ ਕੁਐਸਚਨ ਪਹਿਲਾਂ ਰੀਡ ਕਰਨੇ ਨੇ, ਐਂਡ ਕਈ ਹੈਗੇ ਨੇ ਜਿਹਦੇ ਵਿੱਚ ਆਪਾਂ ਸਮਰੀ ਪਹਿਲਾਂ ਰੀਡ ਕਰਨੀ ਨੇ। ਤਿੰਨ ਚੀਜ਼ਾਂ ਮੇਨ ਮੋਸਟ ਇੰਪੋਰਟੈਂਟ ਹੋ ਗਈਆਂ। ਨੰਬਰ 1 ਸੀਕੁਐਂਸ ਵਾਲੇ ਪੈਰਾਗ੍ਰਾਫ ਹੁੰਦੇ ਨੇ ਤੇ ਨਾਨ ਸੀਕੁਐਂਸ ਵਾਲੇ ਪੈਰਾਗ੍ਰਾਫ ਹੁੰਦੇ ਨੇ, ਫਸਟ ਮੋਸਟ ਇੰਪੋਰਟੈਂਟ। ਦੂਸਰੇ ਨੰਬਰ ਦੇ ਉੱਤੇ ਕੁਐਸਚਨ ਦੇ ਉੱਤੇ ਡਿਪੈਂਡ ਕਰਦਾ ਵੀ ਪਹਿਲਾਂ ਆਪਾਂ ਸਮਰੀ ਰੀਡ ਕਰਨੀ ਹੈ ਜਾਂ ਪਹਿਲਾਂ ਕੁਐਸਚਨ ਰੀਡ ਕਰਨਾ। ਨੰਬਰ 3 ਦੇ ਉੱਤੇ ਕਿਹੜੇ ਕਿਹੜੇ ਕੁਐਸਚਨਸ ਕਿਵੇਂ ਕਿਵੇਂ ਚੱਲਦੇ ਨੇ, ਮੈਂ ਤੁਹਾਨੂੰ ਲੈਪਟਾਪ ਤੇ ਸਮਝਾਉਣਾ। ਲੈਟ ਮੀ ਐਕਸਪਲੇਨ ਵਾਟ ਆਈ ਵਾਸ ਸੇਇੰਗ। ਮੈਂ ਦੱਸਦਾ ਤੁਹਾਨੂੰ ਮੈਂ ਕੀ ਕਹਿੰਦਾ ਪਿਆ ਸੀ। ਮੰਨ ਕੇ ਚਲੋ ਆਪਣੇ ਕੋਲੇ ਦੋ ਪੈਰਾਗ੍ਰਾਫ ਨੇ, ਇਹ 'ਚ ਹੈਗੇ 1 to 14 ਪਹਿਲੇ ਦੇ ਵਿੱਚ, 1 ਤੋਂ 5 ਤੱਕ ਹੈਗੇ ਨੇ ਟਰੂ ਫਾਲਸ ਨਾਟ ਗਿਵਨ, 6 ਤੋਂ 10 ਤੱਕ ਨੇ ਆਪਣੇ ਕੋਲੇ ਬਲੈਂਕਸ, ਅੱਗੇ MCQs। ਦੂਸਰਾ ਪੈਰਾਗ੍ਰਾਫ ਸਟਾਰਟ ਹੋ ਗਿਆ, ਪਹਿਲਾਂ ਲਿਸਟ ਆਫ ਹੈਡਿੰਗ ਨੇ, ਪੈਰਾਗ੍ਰਾਫ ਕੰਟੇਨਿੰਗ ਫੋਲੋਇੰਗ ਇਨਫੋਰਮੇਸ਼ਨ ਐਂਡ ਰਾਈਟਰ ਦਾ ਨੇਮ ਮੈਚ ਕਰਨਾ। ਦੇਖੋ ਜਿਹੜੇ ਟਰੂ ਫਾਲਸ ਨਾਟ ਗਿਵਨ ਨੇ, ਜਿਨ੍ਹਾਂ ਨੂੰ 2-4 ਰੀਡਿੰਗਾਂ ਵੀ ਕੀਤੀਆਂ ਹੋਈਆਂ, ਥੋੜਾ ਐਕਸਪੀਰੀਅੰਸ ਹੋਊਗਾ, ਇਹ ਨਹੀਂ ਹੋ ਸਕਦਾ ਕਿ 5th ਟਰੂ ਫਾਲਸ ਦਾ ਆਨਸਰ ਪਹਿਲਾਂ ਆ ਜਾਵੇ, ਮੀਨਸ ਟੂ ਸੇ 5th ਕੁਐਸਚਨ ਦਾ ਆਨਸਰ ਪਹਿਲਾਂ ਆ ਜਾਵੇ। ਪਹਿਲਾਂ ਫਸਟ ਦਾ ਹੀ ਆਊਗਾ, ਭਾਵੇਂ ਉਹ ਨਾਟ ਗਿਵਨ ਹੀ ਹੋਵੇ ਜਾਂ ਟਰੂ ਫਾਲਸ ਵਾਟ ਐਵਰ ਇਟ ਇਜ਼, ਪਹਿਲਾਂ ਪਹਿਲੇ ਦਾ ਹੀ ਆਨਸਰ ਆਊਗਾ। ਸੇਮ ਥਿੰਗ ਇਨ ਬਲੈਂਕਸ ਆਲਸੋ, ਸੇਮ ਹੀ ਚੀਜ਼ ਬਲੈਂਕਸ ਦੇ ਵਿੱਚ ਹੋਊਗੀ, ਪਹਿਲਾਂ 6ਵੀਂ ਬਲੈਂਕਸ ਦਾ ਆਨਸਰ ਆਊਗਾ। ਕਿਤੇ ਰੇਅਰ ਹੋ ਸਕਦਾ ਵੀ 7ਵੀਂ ਦਾ ਆ ਜਾਵੇ, ਮੋਸਟ ਆਫ ਦਾ ਟਾਈਮ 6th ਬਲੈਂਕਸ ਦਾ ਆਨਸਰ ਨਿਕਲੇਗਾ। ਸੇਮ ਥਿੰਗ ਹੈਪਨਸ ਇਨ MCQ ਆਲਸੋ, 11th ਦਾ ਆਨਸਰ ਪਹਿਲਾਂ ਆਏਗਾ, 12th ਦਾ ਬਾਅਦ ਚੋਂ ਆਏਗਾ। ਇਸ ਨੈਕਸਟ ਟੂ ਇੰਪੋਸੀਬਲ ਕਿ 14th MCQs ਦਾ ਆਨਸਰ ਪਹਿਲਾਂ ਆ ਜਾਵੇ। ਜੇ ਇਦਾਂ ਹੋ ਗਿਆ ਤਾਂ ਕਿਸੇ ਤੋਂ ਰੀਡਿੰਗ ਹੋਣੀ ਹੋਈ ਨਹੀਂ, ਰਾਈਟ। ਸੋ ਇਹਨਾਂ ਸਾਰਿਆਂ ਦੇ ਵਿੱਚ ਇੱਕ ਸੀਕੁਐਂਸ ਹੋਏਗਾ, ਪਹਿਲਾਂ ਪਹਿਲੇ ਦਾ ਆਨਸਰ ਆਏਗਾ, ਦੂਸਰੇ, ਤੀਸਰੇ, ਚੌਥੇ ਦਾ, ਰਾਈਟ, ਇਦਾਂ ਕੁਝ ਹੋਊਗਾ। ਹੁਣ ਜਦੋਂ ਆਪਾਂ ਨੂੰ ਇਹ ਚੀਜ਼ ਦਾ ਪਤਾ ਹੀ ਲੱਗ ਗਿਆ, ਆਪਾਂ ਕੀ ਕਰਨਾ ਵਾ, ਆਪਾਂ ਪਹਿਲਾਂ 2 ਟਰੂ ਫਾਲਸ ਲੈ ਲਏ, ਇੱਧਰੋਂ ਆਪਾਂ 2 ਕਿਉਂ ਲਏ ਆ, ਕਿਉਂਕਿ ਫਸਟ ਨਾਟ ਗਿਵਨ ਹੋ ਸਕਦਾ। ਫਿਰ ਇੱਕ ਆਪਾਂ ਬਲੈਂਕਸ ਲੈ ਲਈ, ਇੱਕ ਆਪਾਂ MCQs ਲੈ ਲਏ। ਇਹਨਾਂ ਤਿੰਨਾਂ ਚਾਰੇ ਕੁਐਸਚਨਾਂ ਦੀ ਆਪਾਂ ਸੈਂਸ ਲੈ ਲੈਣੀ, ਆਪਣੇ ਮਨ ਦੇ ਵਿੱਚ ਸੈਂਸ ਸਮਝ ਲਓ ਉਹਨੂੰ, ਜਸਟ ਉਹਦੇ 'ਚ ਕੀ ਡਿਮਾਂਡ ਕੀ ਆ ਉਹਦੀ, ਫਿਰ ਆਪਾਂ ਪੈਰਾਗ੍ਰਾਫ ਪੜ੍ਹਨਾ ਸਟਾਰਟ ਕਰਨਾ ਵਾ। ਇਹ ਹੈਗਾ ਸਹੀ ਤਰੀਕਾ, ਇਹਨੂੰ ਕਹਿੰਦੇ ਆ ਮਲਟੀਟਾਸਕਿੰਗ। ਮਲਟੀਟਾਸਕਿੰਗ ਮਤਲਬ ਕਾਫੀ ਜ਼ਿਆਦਾ ਕੰਮ ਇੱਕੋ ਹੀ ਸਮੇਂ 'ਤੇ ਕਰਨੇ। ਆਪਾਂ ਟਰੂ ਫਾਲਸ ਦੇ ਆਨਸਰ ਵੀ ਨਾਲ ਹੀ ਲੱਭਣੇ ਆ, ਬਲੈਂਕਸ ਦੇ ਆਨਸਰ ਵੀ ਨਾਲ ਹੀ ਲੱਭਣੇ, ਐਂਡ MCQs ਦੇ ਵੀ। ਹੋ ਸਕਦਾ ਪਹਿਲਾਂ 11ਵੇਂ ਦਾ ਆਨਸਰ ਨਿਕਲਿਆ ਆਵੇ। ਜੇ ਤੁਸੀਂ ਸੋਲਿਊਸ਼ਨ ਦੇਖੋਗੇ ਨਾ ਜਿਨ੍ਹਾਂ ਵਿੱਚ ਸੋਲਵ ਕੀਤੀ ਹੁੰਦੀ ਹੈ ਰੀਡਿੰਗ, ਤੁਸੀਂ ਦੇਖੋਗੇ ਕਿ ਕਈ ਵਾਰੀ 11ਵੇਂ ਦਾ ਆਨਸਰ ਆ ਜਾਂਦਾ ਪਹਿਲੇ ਪੈਰਾਗ੍ਰਾਫ ਦੇ ਵਿੱਚ, ਸਟੂਡੈਂਟ ਪਹਿਲੇ ਨਹੀਂ ਲੱਭਦੇ ਰਹਿ ਜਾਂਦੇ ਆ, ਐਂਡ ਕਈ ਵਾਰੀ ਬਲੈਂਕਸ ਦਾ ਆਨਸਰ ਆ ਜਾਂਦਾ, ਰਾਈਟ। ਹੁਣ ਅੱਗੇ ਦੱਸਦਾ ਲਿਸਟ ਆਫ ਹੈਡਿੰਗ। ਲਿਸਟ ਆਫ ਹੈਡਿੰਗ ਦੇ ਵਿੱਚ ਵੀ ਇਦਾਂ ਹੀ ਆ, 15 ਤੇ ਮੂਰੇ ਉੱਤੇ ਲਿਖਿਆ ਹੀ ਪਿਆ ਹੋਣਾ ਕਿ 15 ਮਤਲਬ ਕੁਐਸਚਨ ਮਤਲਬ ਪੈਰਾਗ੍ਰਾਫ A, 16 ਮਤਲਬ B, ਅੱਗੇ C D E ਅੱਗੇ, ਇਹ ਵੀ ਸੀਕੁਐਂਸ ਦੇ ਵਿੱਚ ਹੀ ਹੋਣੇ ਆ। ਮੇਨ ਕੰਮ ਸਟਾਰਟ ਹੁੰਦਾ ਪੈਰਾ ਕੰਟੇਨ ਫੋਲੋਇੰਗ ਇਨਫੋਰਮੇਸ਼ਨ। ਇਹਦੇ ਵਿੱਚ ਜੀ ਤੁਹਾਨੂੰ ਕੁਐਸਚਨ ਨਹੀਂ ਪਤਾ, ਇਹਦੀ ਮੂਰੇ ਕੁਐਸਚਨ ਲਾਈਨਾਂ ਦੱਸੀਆਂ ਹੋਣਗੀਆਂ, ਤੁਹਾਨੂੰ ਕੁਐਸਚਨ ਨਹੀਂ ਪਤਾ ਕਿ 20ਵੇਂ ਕੁਐਸਚਨ ਦਾ ਆਨਸਰ ਪਹਿਲਾਂ ਆਏਗਾ, 21ਵੇਂ ਦਾ ਪਹਿਲਾਂ ਆਏਗਾ, 22ਵੇਂ ਦਾ, 23ਵੇਂ ਦਾ, 24ਵੇਂ ਦਾ। ਐਂਡ ਸੇਮ ਥਿੰਗ ਹੈਪਨਸ ਇਨ ਰਾਈਟਰਸ ਨੇਮ ਆਲਸੋ। ਜਦੋਂ ਕਹਿੰਦੇ ਆ ਰਾਈਟਰ ਦਾ ਨੇਮ ਮੈਚ ਕਰੋ, ਜੋ ਵੀ ਉਹਨਾਂ ਦੇ ਨਾਮ ਦੱਸੇ, ਤੁਸੀਂ ਕੋਈ ਬੰਦਾ ਦੇਖ ਕੇ ਜੱਜ ਨਹੀਂ ਕਰ ਸਕਦਾ ਕਿ ਰਾਈਟਰ ਦਾ ਪਹਿਲਾਂ ਕਿਹੜੇ ਰਾਈਟਰ ਦਾ ਨਾਮ ਆਏਗਾ। ਇਹ ਲਾਸਟ 2 ਸੈਕਸ਼ਨਸ ਆਪਾਂ ਕੀ ਕਰਨਾ, ਮਤਲਬ ਪੈਰਾਗ੍ਰਾਫ ਫੋਲੋਇੰਗ ਇਨਫੋਰਮੇਸ਼ਨ ਐਂਡ ਰਾਈਟਰ ਨੇਮ, ਇਹ 'ਚ ਆਪਾਂ ਕੁਐਸਚਨ ਹੀ ਰੀਡ ਕਰਨਾ।
ठीक है। राइटर नेम इधरों आप रीड कर सकते हैं, पर पैराग्राफ फॉलोइंग इन्फॉर्मेशन आप कुछ भी नहीं रीड करना। तुसीं पहला पैराग्राफ पढ़ना वा, फिर इन्हां सारिਆਂ ਨਾਲ मैच करके देखना वा। ਹੁਣ ਇਹਦੇ ਵਿੱਚ ਜੇ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਆਪਾਂ 20ਵਾਂ ਕੁਐਸਚਨ ਪੜ੍ਹ ਲੈਂਦੇ ਆ, ਆਪਾਂ ਨੂੰ ਕਿਹੜਾ ਪਤਾ ਵਾ ਵੀ 20ਵੇਂ ਦਾ ਹੀ ਪਹਿਲਾ ਆਨਸਰ ਆਉਣਾ ਵਾ। ਟਰੂ ਫਾਲਸ ਦੇ ਵਿੱਚ ਆਪਾਂ ਨੂੰ ਪਤਾ ਸੀ ਕਿ ਪਹਿਲਾਂ ਫਸਟ ਕੁਐਸਚਨ ਆਨਸਰ, ਬਲੈਂਕਸ ਦੇ ਵਿੱਚ ਆਪਾਂ ਨੂੰ ਪਤਾ ਕਿ ਪਹਿਲਾਂ ਬਲੈਂਕ 6th ਦਾ ਆਨਸਰ ਆਏਗਾ, ਐਮਸੀਕਿਊਜ਼ ਦੇ ਵਿੱਚ ਵੀ ਪਤਾ ਆਪਾਂ ਨੂੰ, ਰਾਈਟ, ਲਿਸਟ ਆਫ ਹੈਡਿੰਗਸ ਵੀ ਪਤਾ, ਪਰ ਫੋਲੋਇੰਗ ਇਨਫੋਰਮੇਸ਼ਨ ਦੇ ਵਿੱਚ ਯੂ ਨੈਵਰ ਨੋ, ਤੁਹਾਨੂੰ ਆਈਡੀਆ ਨਹੀਂ ਹੋ ਸਕਦਾ। ਕਈ ਵਾਰੀ 24th ਦਾ ਆਨਸਰ ਆ ਜਾਂਦਾ, ਕਈ ਵਾਰੀ 23rd ਦਾ ਆਨਸਰ ਪਹਿਲਾਂ ਆ ਜਾਂਦਾ। ਸੋ ਪਹਿਲਾਂ ਆਪਾਂ ਪੈਰਾਗ੍ਰਾਫ ਪੜ੍ਹਨਾ। ਇੱਕ ਪੁਆਇੰਟ ਇੱਥੇ ਹੋਰ, ਜਦੋਂ ਤੁਸੀਂ ਇਹਦੇ ਵਿੱਚੋਂ ਲਿਸਟ ਆਫ ਹੈਡਿੰਗ ਦੇ ਵਿੱਚੋਂ ਇੱਕ, ਚਲੋ ਇੱਥੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸ ਦਿੰਦਾ। ਲਿਸਟ ਆਫ ਹੈਡਿੰਗ ਦੇ ਵਿੱਚ ਪਹਿਲਾਂ ਪੈਰਾਗ੍ਰਾਫ ਪੜ੍ਹਨਾ ਵਾ, ਫਿਰ ਆਪਾਂ ਇੱਧਰਲੀ ਸਾਈਡ ਇਹ ਜਿਹੜੀ ਲਿਸਟ ਦੱਸੀ ਹੋਊਗੀ ਉਹਨੂੰ ਰੀਡ ਕਰਨਾ ਵਾ। ਐਂਡ ਪੈਰਾਗ੍ਰਾਫ ਇਹਦੇ ਵਿੱਚ ਵੀ ਮੈਂ ਤੁਹਾਨੂੰ ਉਹੀ ਚੀਜ਼ ਕਹਿੰਦਾ ਪਿਆ ਵਾਂ। ਗਲਤੀ ਕੀ ਹੁੰਦੀ ਆ, ਮੰਨ ਕੇ ਚਲੋ ਤੁਸੀਂ ਲਿਸਟ ਆਫ ਹੈਡਿੰਗ ਦੀ ਸਾਰੀ ਲਿਸਟ ਨੂੰ ਪਹਿਲਾਂ ਰੀਡ ਕਰ ਲਿਆ, ਲੈਟਸ ਸੇ ਉਹਦੇ ਵਿੱਚ ਇੱਕ ਵਰਡ ਲਿਖਿਆ ਹੋਇਆ ਵਾ ਇਨਵਾਇਰਮੈਂਟਲ ਪ੍ਰੋਬਲਮਸ। देयर इज़ अ स्ट्रॉन्ग पॉसिबिलिटी कि किसी पैराग्राफ ਦੇ ਵਿੱਚ ਇਨਵਾਇਰਨਮੈਂਟ ਪ੍ਰੋਬਲਮ ਲਿਖਿਆ ਹੋਵੇ ਐਂਡ ਉਹ ਉਹਦੇ ਕੁਐਸਚਨ ਦਾ ਆਨਸਰ ਨਾ ਹੋਵੇ। ਮੈਂ ਕੀ ਕਹਿ ਰਿਹਾ ਵਾਂ, ਕਈ ਵਾਰੀ ਆਪਾਂ ਕੀ ਕਰਦੇ ਆ, ਲਿਸਟ ਆਫ ਹੈਡਿੰਗ ਲਿਸਟ ਪੜ੍ਹ ਲਈ, ਉਹਦੇ ਵਿੱਚ ਇੱਕ ਵਰਡ ਆਪਣੇ ਦਿਮਾਗ 'ਚ ਰਹਿ ਗਿਆ ਐਂਡ ਉਹੀ ਜਿਹੜਾ ਵਰਡ ਸੀ ਪੈਰੇ ਦੇ ਵਿੱਚ ਵੀ ਲਿਖਿਆ ਹੋਇਆ ਵਾ। ਹੁਣ ਤੁਹਾਨੂੰ ਨਾ ਇੱਕ ਕਾਈਂਡ ਆਫ ਐਕਸਾਈਟਮੈਂਟ ਹੋਣ ਲੱਗ ਜਾਣੀ ਵੀ ਇਹਨੂੰ ਜਲਦੀ ਜਲਦੀ ਮੈਂ ਅਟੈਚ ਕਰ ਲਵਾਂ। ਆਪਣਾ ਮਨ ਚੱਲਦਾ ਹੀ ਇੱਦਾਂ, ਇਹ ਸੌਖਾ ਕੰਮ ਕਰਦਾ ਵਾ। ਤੁਸੀਂ ਨਹੀਂ ਸਮਝਣਾ ਕਿ ਯਾਰ ਉਹ ਜਿਹੜੀ ਸਾਰੀ ਲਾਈਨ ਆ ਉਹ ਪੈਰੇ ਵਿੱਚ ਲਿਖੀ ਹੋਈ ਆ ਕਿ ਨਹੀਂ ਲਿਖੀ ਹੋਈ, ਤੁਸੀਂ ਜਸਟ ਇੱਦਾਂ ਹੋਣਾ ਵੀ ਜਲਦੀ ਜਲਦੀ ਲਗਾ ਦਈਏ ਆਪਾਂ ਨੂੰ, ਸਪੈਸ਼ਲੀ ਜਿਹੜੇ ਗਵਰਨਮੈਂਟ ਸਕੂਲਸ ਦੇ ਵਿੱਚੋਂ ਆਏ ਹੋਏ ਆ, ਕਿਉਂਕਿ ਆਪਾਂ ਨੂੰ ਹੁੰਦਾ ਸੌਖੇ ਤਰੀਕੇ ਨਾਲ ਕਰ ਰਹੀ ਹੈ, ਰਾਈਟ। ਗਲਤੀ ਕੀ ਆ, ਆਪਾਂ ਇੱਥੇ ਗਲਤੀ ਕੀ ਕਰਦੇ ਆ, ਦੇਖੋ ਜੀ ਇਹਦਾ ਕੋਈ ਟੈਸਟ ਨਹੀਂ ਹੈਗਾ ਵੀ ਜਿਹੜਾ ਲਿਸਟ ਦੇ ਵਿੱਚ ਵਰਡ ਦੱਸੇ ਹੋਏ ਆ ਉਹ ਕਿਹੜੇ ਵਰਡ ਕਿਹਦੇ ਵਿੱਚ ਆ, ਉਹਨਾਂ ਨੇ ਸੈਂਸ ਪੁੱਛਿਆ ਵਾ ਵੀ ਇਹ ਜਿਹੜੀ ਸੈਂਸ ਆ ਇਹ ਕਿਹੜੇ ਪੈਰਾਗ੍ਰਾਫ ਦੇ ਵਿੱਚ ਆ। ਜੇ ਵਰਡ ਟੂ ਵਰਡ ਮੈਚ ਕਰਨੇ ਹੁੰਦੇ ਫਿਰ ਤਾਂ 8ਵੀਂ ਵਾਲੇ ਨੇ ਵੀ ਰੀਡਿੰਗ ਕਰ ਲੈਣੀ ਸੀ, ਰਾਈਟ। ਇਹ ਤਾਂ ਕੋਈ ਇਹ ਗੇਮ ਖੇਡਣ ਵਾਲਾ ਥੋੜੀ ਸਿਸਟਮ ਆ, ਰਾਈਟ। ਸੋ ਤੁਸੀਂ ਸੈਂਸ ਦੇ ਉੱਤੇ ਜਾਣਾ ਵਾ। ਇਹਦੇ ਲਈ ਮੋਸਟ ਇੰਪੋਰਟੈਂਟ ਕੀ ਆ, ਆਪਾਂ ਪਹਿਲਾਂ ਪੈਰਾਗ੍ਰਾਫ ਰੀਡ ਕਰਕੇ ਉਹਦੀ ਸੈਂਸ ਦਿਮਾਗ ਦੇ ਵਿੱਚ ਲਈਏ ਐਂਡ ਉਹਦੇ ਤੋਂ ਬਾਅਦ ਆਪਾਂ ਲਿਸਟ ਪੜ੍ਹੀਏ, ਠੀਕ ਹੈ ਜੀ। ਵੈਸੇ ਵੀ ਉਹਦੇ 'ਤੇ ਲਿਖਿਆ ਹੁੰਦਾ ਕਿਹੜੇ ਪੈਰਾਗ੍ਰਾਫ ਦੀ ਹੈਡਿੰਗ ਕੀ ਬਣਦੀ ਆ, ਰਾਈਟ। ਪੈਰਿਆਂ ਦੀ ਹੈਡਿੰਗ ਲੱਭਣੀ ਹੁੰਦੀ ਆ, ਆਪਾਂ ਹੈਡਿੰਗਾਂ ਦੇ ਪੈਰੇ ਲੱਭਣ ਲੱਗ ਜਾਂਦੇ ਆ, ਠੀਕ ਹੈ ਜੀ। ਦੈਟ ਇਜ਼ ਅ ਬਿਗਰ ਮਿਸਟੇਕ। ਸੋ ਆਲ ਇਨ ਆਲ ਇਹੀ ਚੀਜ਼ ਮੈਂ ਦੱਸਣੀ ਸੀ ਤੁਹਾਨੂੰ। ਇਹੀ ਕੁਐਸਚਨ ਆ ਜਿਹੜੇ ਜ਼ਿਆਦਾਤਰ ਆਉਂਦੇ ਨੇ ਆਪਾਂ ਨੂੰ। ਟਰੂ ਫਾਲਸ ਨਾਟ ਗਿਵਨ, ਬਲੈਂਕਸ, ਐਮਸੀਕਿਊ, ਲਿਸਟ ਆਫ ਹੈਡਿੰਗ, ਇਹਦੇ ਵਿੱਚ ਨੀਚੇ ਨੂੰ ਚੱਲਣਾ। ਪਹਿਲਾਂ ਪਹਿਲੇ ਪੜ੍ਹ ਲਿਓ ਤੁਸੀਂ, ਫੇਰ ਹੀ ਇਹਦੇ ਵਿੱਚ ਸੈਕਿੰਡ ਕੁਐਸਚਨ, 7th 12th 16th ਇਹਨਾਂ ਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈਗਾ, ਰਾਈਟ। ਇੱਕ ਕੁਐਸਚਨ ਲੈ ਲਓ, ਜਿੰਨੇ ਵੀ ਇੱਕ ਪੈਰੇ ਦੇ ਵਿੱਚ ਦੱਸੇ ਹੋਏ ਆ, 3-4 ਕੁਐਸਚਨ ਇੱਕ ਟਾਈਮ ਤੇ ਕਰੋ। ਤੁਸੀਂ ਦੇਖੋਗੇ ਕਈ ਪੈਰਾਗ੍ਰਾਫ ਦੇ ਵਿੱਚ ਇੱਕ ਪੈਰੇ ਦੇ ਵਿੱਚ 4-4 5-5 ਕੁਐਸਚਨਾਂ ਦਾ ਆਨਸਰ ਹੁੰਦਾ, ਪਰ ਉਹ ਉਹੀ ਬੰਦਾ ਇੱਕ ਟਾਈਮ ਤੇ ਕੱਢ ਸਕਦਾ ਜਿਹੜਾ ਇੱਕ ਟਾਈਮ ਤੇ ਤਿੰਨੇ ਕੁਐਸਚਨ ਨੂੰ ਇਕੱਠੇ ਲੈ ਕੇ ਚੱਲਦਾ ਪਿਆ। ਜਿਹੜਾ ਬੰਦਾ ਇੱਕ ਟਾਈਮ ਤੇ ਇੱਕ ਹੀ ਕੁਐਸਚਨ ਪੜ੍ਹਦਾ ਪਿਆ ਉਹ ਤਾਂ 3-3 4-4 ਵਾਰ ਪੜੂਗਾ, ਠੀਕ ਹੈ ਜੀ। ਐਂਡ ਲਾਸਟ ਤੇ ਜਿਹੜੇ ਆ ਸੀਗੇ ਪੈਰਾਗ੍ਰਾਫ ਕੰਟੇਨਿੰਗ ਇਨਫੋਰਮੇਸ਼ਨ ਐਂਡ ਰਾਈਟਰ ਨੇਮ, ਇਹਨਾਂ ਦੇ ਵਿੱਚ ਤੁਸੀਂ ਪਹਿਲਾਂ ਇਹਨਾਂ ਨੂੰ ਰਾਈਟਰ ਦਾ ਨੇਮ ਤੁਸੀਂ ਜ਼ਰੂਰ ਅੰਡਰਲਾਈਨ ਕਰ ਲਿਓ, ਪਰ 20 ਤੋਂ ਲੈ ਕੇ 24 ਦਾ ਕੁਐਸਚਨ ਤੁਸੀਂ ਇਹਨਾਂ ਨੂੰ ਜਮਾ ਨਹੀਂ ਦੇਖਣਾ। ਪਹਿਲਾਂ ਪੈਰਾ ਪੜਾਂਗੇ ਆਪਾਂ, ਫਿਰ ਆਪਾਂ ਇਹਨਾਂ ਦੇ ਉੱਤੇ ਆਉਣਾ। ਆਪਾਂ ਪੈਰੇ ਦੀ ਸੈਂਸ ਨੂੰ ਇਹਨਾਂ ਮੈਚ ਕਰਨਾ, ਨਾ ਕਿ ਇਹਨਾਂ ਨੂੰ ਆਪਾਂ ਉਹਨਾਂ ਨਾਲ ਮੈਚ ਕਰਨਾ, ਠੀਕ ਹੈ ਜੀ। ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਮੈਂ ਕੀ ਸਮਝਾਇਆ ਵਾ। Students often assume that the answer to the first question will come earlier. ਮੈਂ ਪਿਛਲੀ ਵੀਡੀਓ 'ਚ ਵੀ ਇਹੀ ਦੱਸਿਆ ਸੀ, ਜ਼ਿਆਦਾਤਰ ਸਟੂਡੈਂਟਾਂ ਨੂੰ ਇਹੀ ਲੱਗਦਾ ਕਿ ਪਹਿਲਾਂ ਪਹਿਲੇ ਦਾ ਆਨਸਰ ਹੀ ਆਊਗਾ। That is not true. If any of the passage contain 3 kind of questions such as MCQ, blanks or true false not given, there is no guarantee that MCQ questions will come first. ਇਹਦੇ 'ਚ ਕੋਈ ਗਾਰੰਟੀ ਨਹੀਂ ਹੈਗੀ ਕਿ MCQ ਦੇ ਜਿਹੜੇ ਕੁਐਸਚਨ ਨੇ ਉਹ ਪਹਿਲਾਂ ਆਉਣਗੇ। ਇਫ ਯੂ ਗੋ ਦਿਸ ਵੇ, ਜੇ ਤੁਸੀਂ ਸੋਚਦੇ ਪਏ ਕਿ MCQs ਦੇ ਕੁਐਸਚਨ ਪਹਿਲਾਂ ਕਰ ਲਵਾਂਗੇ ਮੈਂ, ਜਾਂ ਜਿਵੇਂ ਇੱਥੇ ਟਰੂ ਫਾਲਸ ਦਾ ਬਣਿਆ ਹੋਇਆ ਤੁਸੀਂ ਸੋਚਦੇ ਕਿ ਟਰੂ ਫਾਲਸ ਦੇ ਪਹਿਲਾਂ ਆ ਜਾਣਗੇ, ਤਾਂ ਹੋ ਸਕਦਾ ਪਹਿਲਾਂ ਬਲੈਂਕਸ ਹੀ ਸਾਰੀਆਂ ਨਿਕਲ ਜਾਣ, ਫਿਰ ਤੁਸੀਂ ਬਾਅਦ ਚੋਂ ਲੱਭਦੇ ਫਿਰਦੇ ਹੁੰਦੇ ਆਪਾਂ ਕਿ ਯਾਰ ਇੱਥੇ ਜੀ ਦੇਖਿਆ ਸੀ, ਇੱਥੇ ਜੀ ਦੇਖਿਆ ਸੀ, ਰਾਈਟ। ਐਂਡ ਇਫ ਯੂ ਗੋ ਦਿਸ ਵੇ, ਤੁਸੀਂ ਇੱਦਾਂ ਜਾਓਗੇ ਤਾਂ ਯੂ ਵਿਲ ਵੇਸਟ ਅ ਲੋਟ ਆਫ ਯੂਰ ਟਾਈਮ, ਬਿਕੋਜ਼ ਯੂ ਵਿਲ ਪ੍ਰੋਬੇਬਲੀ ਰੀਡ ਅ ਸਿੰਗਲ ਪੈਰਾਗ੍ਰਾਫ 3 times to find 3 kind of questions. Yes, ਇਦਾਂ ਦੇ ਵੀ ਮੈਂ ਬਹੁਤ ਸਟੂਡੈਂਟਸ ਦੇਖੇ ਆ, ਉਹ ਟਰੂ ਫਾਲਸ ਕਰਨ ਦੇ ਲਈ ਪਹਿਲਾਂ ਇੱਕ ਪੈਰਾਗ੍ਰਾਫ ਪੜ੍ਹਦੇ ਆ ਸਾਰਾ, ਫਿਰ ਬਲੈਂਕਸ ਉਹਦੇ ਵਿੱਚੋਂ ਪਈਆਂ ਹੁੰਦੀਆਂ ਨੇ, ਫਿਰ ਕਹਿੰਦੇ ਇੱਕ ਵਾਰੀ ਫਿਰ ਇਹਨੂੰ ਦੁਬਾਰਾ ਪੜ੍ਹਨਾ ਵਾ, ਤੇ MCQs ਦੈਟ ਮੀਨਸ ਪਹਿਲਾਂ ਹੀ ਰੀਡਿੰਗ ਦੇ ਵਿੱਚ 3 ਪੈਸੇਜ ਦਿੱਤੇ ਹੁੰਦੇ ਆ, ਉਹ 3 ਤੋਂ 9 ਬਣਾ ਲੈਂਦੇ ਨੇ, ਕਿਉਂਕਿ ਇੱਕ ਨੂੰ ਕਿੰਨੀ ਵਾਰ ਰੀਡ ਕਰਨਾ, 3 ਵਾਰ। ਉਹੀ ਚੀਜ਼ ਮੈਂ ਸਮਝਾਉਣਾ ਪਿਆ ਵਾਂ ਕਿ ਜਦੋਂ ਇੱਕ ਵਾਰੀ ਰੀਡ ਕਰਕੇ ਆਪਾਂ ਨੂੰ ਰਾਈਟ 14 ਦੇ 14 ਕੁਐਸਚਨ ਮਿਲਦੇ ਪਏ ਆ, ਆਪਾਂ ਉਹਨੂੰ ਦੂਸਰੀ ਵਾਰੀ ਜਦ ਇੱਕ ਪੈਰੇ ਦੇ ਵਿੱਚ 4 ਕੁਐਸਚਨ ਨੇ, ਆਪਾਂ ਉਹਨੂੰ ਪਹਿਲੇ ਰੀਡ ਦੇ ਵਿੱਚ ਹੀ 4 ਕੁਐਸਚਨਾਂ ਦੇ ਆਨਸਰ ਕੱਢਣੇ ਨੇ। In this way, even if there is no sequence, still we can manage to score. ਜੇ ਕੋਈ ਨਾ ਵੀ ਸੀਕੁਐਂਸ ਹੋਊਗਾ ਫਿਰ ਵੀ ਤੁਹਾਨੂੰ ਲੱਭ ਹੀ ਜਾਣੇ ਆ, ਰਾਈਟ। ਸੋ ਯੈਸ, ਮੈਂ ਆਪਣੇ ਲਈ ਪੂਰੀ ਕੋਸ਼ਿਸ਼ ਕੀਤੀ ਹੈ। ਸਟਿਲ ਇਫ ਦੇਰ ਇਜ਼ ਐਨੀ ਡਾਊਟ ਯੂ ਕੈਨ ਕਮੈਂਟ ਡਾਊਨ ਬਿਲੋ ਐਂਡ ਥੈਂਕਸ। ਯੈਸ, ਸੋ ਇਹੀ ਸੀ ਸਾਰਾ ਕੁਝ। ਆਈ ਹੋਪ ਤੁਹਾਨੂੰ ਕੁਝ ਨਾ ਕੁਝ ਪਤਾ ਲੱਗਿਆ ਹੋਣਾ। ਸਟਿਲ ਜੇ ਕੁਝ ਨਹੀਂ ਪਤਾ ਲੱਗਿਆ ਤਾਂ ਯੂ ਕੈਨ ਕਮੈਂਟ ਡਾਊਨ ਬਿਲੋ, ਐਂਡ ਕੋਈ ਮੇਰੇ ਲਈ ਜਿੰਨੀ ਵੀ ਹੈਲਪ ਹੋ ਸਕਦੀ, ਵੀ ਆਰ ਆਲਵੇਜ਼ ਵਿਲਿੰਗ ਟੂ ਹੈਲਪ।